सज्जन मेंढिया, तू चौ सज्जन मेंढिया, डेई सिस उतार, नैन महिंदी तरस दे, कद पसी दीदार। जिस प्यारी से उन्हें तिस आगे मर चलिए, त्रिग जीवन संसार, ताकै पाछै डीवना। हर सो हीरा छाड़ कर करह आन की आस, ती नर दूज की जाएंगी, सत पाख रविदास। हम सर दीन दयाल न तुम सर, हम सर दीन दयाल न तुम सर, अब पतियार क्या कीजै, बचनी तोर मोर मन मानै, जन को पूरण दीजै। हों बल बल जाऊं रमैया कारणे, कारण कवन अबूल रहाऊ। बहुत जन्म बिछड़ी थी माधो, ये जन्म तुम्हारी लिखी, कह रविदास आस लग जीवों, चिर पे उदार चन दीखी। कह रविदास आस लग जीवों, चिर पे उदार चन दीखी। परम सम्मानयोग जुगू जुगी अटल शब्द अवतार बाणी के बोहित ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿੱਘੀ ਗੋਦ ਅੰਦਰ ਉਦਾਸੀ ਡੇਰਾ ਸੰਤਵਾ ਟਹਿਲਦਾਈ ਸਲੇਮ ਟਾਬਰੀ ਲੁਧਿਆਣਾ ਸਤਿਗੁਰਾਂ ਦੀ ਗੋਦ ਦਾ ਆਨੰਦ ਮਾਣ ਰਹੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ। ਜੈ ਗੁਰਦੇਵ, ਧੰਨ ਗੁਰਦੇਵ। ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ, ਧੰਨ ਭਾਗੀ ਹੋ। गुरबाणी गाबू भाई ओ सफल सदा सुखदाई, अमृत बाणी तत्व खाणी, ज्ञान ध्यान विच आई। ਸਾਹਿਬ ਦੀ पावन बाणी सरवण कर रहे हो। अज दा पावन शब्द ਸਾਹਿਬ सतगुरु रविदास महाराज जी की मुखारबिंद तो उचारण किया गया। हम सर दीन दयाल न तुम सर, आप पतियार क्या कीजै। ये पावन शब्द धन श्री गुरु ग्रंथ साहिब महाराज जी के राग धनासरी के अंदर अति अंग 694 ते सुभाईमान है। धनासरी धनवंती जानिए भाई, जे गुर का शब्द कमाए। सतगुर दी शब्द का आनंद रस, सतगुर दी शब्द दे विचों सतगुर दी दीदार, परम पिता परमेश्वर दा बाणी दा रस, मेहरां दी रहमत प्राप्त होंदी है। ते साध संगत जी अज दी पावन शब्द दे अंदर ਸਾਹਿਬ सतगुरु रविदास महाराज परम पिता परमेश्वर दी दर्शनां दी आस, जन्मां जन्मां दा विछोड़ा, हिरदे दे अंदर बेदन उठदी है, तड़प उठदी है। बहुत जन्म विछड़ी थे माधो, ये जन्म तुम्हारे लेखे। कह रविदास आस लग जीवों, चिर भयु दर्शन देखे।
ਹਿਰਦੇ ਦੇ ਅੰਦਰ ਆਸ ਹੈ, ਚਿਰ ਹੋ ਗਿਆ ਹੈ ਦਰਸ਼ਨਾਂ ਕੀਤਿਆਂ ਨੂੰ, ਤੇ ਰਸਨਾ ਤੋਂ ਬੋਲ ਪ੍ਰਗਟ ਹੁੰਦੇ ਨੇ। ਮੈਂ ਆਸਾਂ ਕਰ ਕਰ ਜੀਵਾਂ ਦੀ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਮੈਂ ਆਸਾਂ ਕਰ ਕਰ ਜੀਵਾਂ ਦੀ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਮੈਂ ਆਸਾਂ ਕਰ ਕਰ ਜੀਵਾਂ ਦੇ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਪਰਮਪਿਤਾ ਪਰਮੇਸ਼ਰ ਦੇ ਜਿਨ੍ਹਾਂ ਦੀ ਚਰਨਾਂ ਵਿੱਚ ਬੈਠ ਕੇ, ਸਾਹਮਣੇ ਬੈਠ ਕੇ ਪਰਮੇਸ਼ਰ ਦੇ ਨਾਲ ਵਾਰਤਾਲਾਪ ਕੀਤੇ ਨੇ, ਵਿਚਾਰ ਕੀਤੇ ਨੇ। ਅੱਜ ਬੜੀ ਦੇਰ ਹੋ ਗਈ, ਦਰਸ਼ਨ ਨਹੀਂ ਹੋਏ, ਤੇ ਸਾਧ ਹਿਰਦੇ ਦੇ ਅੰਦਰ ਤੜਪ ਹੈ। ਤੇ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਸਲ ਵਿੱਚ ਉਹਨਾਂ ਪਾਕ ਪਵਿੱਤਰ ਦਿਲਾਂ ਦਾ ਕਲਾਮ ਜੋ ਹਿਰਦੇ ਦੇ ਅੰਦਰ ਪਰਮਪਿਤਾ ਪਰਮੇਸ਼ਰ ਪਰਮਾਤਮਾ ਅਕਾਲ ਪੁਰਖ ਪ੍ਰਭੂ ਪੁਰਾਤਮ ਦੇਵ ਦੇ ਨਾਲ ਅਤੇ ਆਤਮਾ ਦੇ ਨਾਲ ਜੋ ਸਿੱਧੇ ਵਾਰਤਾਲਾਪ ਗੱਲਾਂ ਬਾਤਾਂ ਹੋਈਆਂ ਨੇ, ਉਹ ਬਚਨ ਜਦੋਂ ਆਤਮਾ ਤੋਂ ਪਰਮੇਸ਼ਰ ਦੇ ਚਰਨਾਂ ਵਿੱਚ ਜੋਦੜੀ ਦੇ ਰੂਪ ਅੰਦਰ, ਫਿਰ ਉਹ ਬੋਲ ਜਿਹੜੇ ਨੇ ਉਹ ਸਾਧ ਸੰਗਤ ਦੀ ਅਰਦਾਸ ਬਣ ਗਏ ਨੇ। ਤੇ ਉਹ ਬੋਲ ਜਦੋਂ ਪਰਮਪਿਤਾ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਦੇ ਰੂਪ ਅੰਦਰ, ਅਰਦਾਸ ਦੇ ਰੂਪ ਅੰਦਰ ਭੇਟ ਕੀਤੇ ਨੇ, ਅੱਗੋਂ ਪਰਮਪਿਤਾ ਪਰਮੇਸ਼ਰ ਨੇ ਜੋ ਜਵਾਬ ਦਿੱਤੇ ਨੇ ਉਹ ਹੁਕਮਾਂ ਬਣ ਗਏ ਨੇ। ਇਸ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਚਨ ਹਨ, ਹੋਂ ਆਪੋਂ ਬੋਲ ਨਾ ਡਾਣਦਾ, ਹੋਂ ਆਪੋਂ ਬੋਲ ਨਾ ਡਾਣਦਾ। ਮੈਂ ਕਹਿਆ ਸਭ ਹੁਕਮਾਂ ਦਿਓ, ਮੈਂ ਕਹਿਆ ਸਭ ਹੁਕਮਾਂ ਦਿਓ। ਜੋ ਪਰਮਪਿਤਾ ਪਰਮੇਸ਼ਰ ਦੀ ਚਰਨਾਂ ਵਿੱਚ ਅਰਜ਼ੋਈ ਅਰਦਾਸ ਸੀ, ਉਹ ਬਚਨ ਅਰਦਾਸ ਬਣੇ ਨੇ, ਤੇ ਜੋ ਪਰਮਪਿਤਾ ਪਰਮੇਸ਼ਰ ਅਕਾਲ ਪੁਰਖਾਂ ਨੇ ਜਵਾਬ ਦਿੱਤੇ ਨੇ ਉਹ ਹੁਕਮ ਬਣ ਗਏ ਨੇ। ਤੇ ਹੂ ਬਹੂ ਉਹੀ ਬਚਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 35 ਮਹਾਂਪੁਰਸ਼, ਕਹਿ ਨਾਨਕ, ਕਹਿ ਰਵਿਦਾਸ, ਕਹਿ ਕਬੀਰ, ਨਾਮਾ ਕਹਿ ਭਗਤ ਵਸ ਕੀ ਸਭ ਅਡਹੂ ਬਲ ਕੀ ਦਵਾਰ ਖੜੋ। ਹੂ ਬਹੂ ਉਸੇ ਤਰ੍ਹਾਂ ਜੋ ਪਰਮੇਸ਼ਰ ਦੇ ਬਚਨ, ਪਰਮੇਸ਼ਰ ਦਾ ਹੁਕਮ ਹੈ ਕਿ ਇਹ ਬਚਨ ਮਨੁੱਖਤਾ ਨੂੰ ਜਾ ਕੇ ਆਖਣੇ ਨੇ, ਕਹਿਣੇ ਨੇ, ਤੇ ਉਸੇ ਤਰ੍ਹਾਂ ਰੱਬੀ ਰੂਹਾਂ ਨੇ ਉਹ ਕਲਾਮ ਪਰਮਪਿਤਾ ਪਰਮੇਸ਼ਰ ਦਾ ਸੁਨੇਹਾ, ਸੰਦੇਸ਼ਾ, ਹੁਕਮ ਸੰਸਾਰ ਨੂੰ ਸੁਣਾਇਆ ਈ, ਮਨੁੱਖਤਾ ਨੂੰ ਸੁਣਾਇਆ ਈ। ਤੇ ਸਾਧ ਸੰਗਤ ਜੀ, ਕਿਹੋ ਜਿਹਾ ਆਨੰਦ ਹੋਵੇਗਾ ਜਦੋਂ ਰੱਬੀ ਪ੍ਰੀਤ ਦੀ ਬਣਜਾਰਿਆਂ ਨੇ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਭਗਤ ਸੰਗ ਪ੍ਰਭ ਗੋਸ਼ਟ ਕਰਤ, ਜਬ ਭਗਤ ਕਰੈ ਸੰਤ ਮੰਡਲੀ, ਤਹ ਮੀਰਾ ਮਨ ਲੱਗੈ। ਜਬ ਭਗਤ ਕਰੈ ਸੰਤ ਮੰਡਲੀ, ਤਿਨ ਮਿਲ ਹਰ ਗਾਵੋਂ। ਅਕਾਲ ਪੁਰਖ ਪਰਮਪਿਤਾ ਪਰਮੇਸ਼ਰ ਦੀ ਬਚਨ ਨੇ ਕਿ ਜਦੋਂ ਪ੍ਰਭੂ ਪਿਆਰੇ ਭਗਤ ਪਰਮੇਸ਼ਰ ਅਕਾਲ ਪੁਰਖ ਦੀ ਬੰਦਗੀ ਕਰਦੇ ਨੇ, ਬਚਨ ਕਰਦੇ ਨੇ, ਬਾਤਾਂ ਕਰਦੇ ਨੇ, ਤੇ ਰੱਬ ਕਹਿੰਦਾ ਫਿਰ ਮੈਂ ਉਹਨਾਂ ਦੇ ਵਿੱਚ ਆ ਕੇ ਵਿਰਾਜਮਾਨ ਹੋ ਜਾਂਦਾ ਹਾਂ। ਜਿਹਨੂੰ ਪਾਤਸ਼ਾਹ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਉੱਥੇ ਸਾਹਿਬ ਸਤਿਗੁਰੂ ਦਾਸ ਮਹਾਰਾਜ ਜੀ ਦੇ ਬਚਨ ਨੇ, ਸੰਤ ਤੁਝੇ ਤਨ ਸੰਗਤ ਪ੍ਰਾਣ। ਸੰਤ ਚੀ ਸੰਗਤ, ਸੰਤ ਕਥਾ ਰਾਜ, ਜਦੋਂ ਸੰਤ ਮੰਡਲੀ ਪਰਮੇਸ਼ਰ ਤੇਰੇ ਗੁਣ ਗਾਉਂਦੇ ਨੇ, ਫਿਰ ਉਹਨਾਂ ਦੇ ਵਿੱਚ ਪਰਮਾਤਮਾ ਤੇਰੀ ਬੋਲ, ਤੇਰੇ ਸਾਹ ਧੜਕ ਪੈਂਦੇ ਨੇ। ਇਸ ਲਈ ਉਹ ਵਾਰਤਾਲਾਪ ਜਿਹਦੇ ਨਾਲ ਬਹਿ ਕੇ ਵਿਚਾਰਾਂ ਕੀਤੀਆਂ ਨੇ, ਤੇ ਸਾਧ ਸੰਗਤ ਜਿਨ੍ਹਾਂ ਨੇ ਵਾਰਤਾਲਾਪ ਕੀਤੇ ਨੇ, ਉਹਨਾਂ ਫਿਰ ਉਸ ਸਮੇਂ ਨੂੰ ਮੁੱਖ ਰੱਖ ਕੇ ਬਚਨ ਆਖਿਆ ਸੀ
ਮਿੱਠ ਬੂਲੜਾ ਡੀ, ਮਿੱਠ ਬੂਲੜਾ ਡੀ ਹੋਂ ਹਰ ਸੱਜਣ ਸੁਆਮੀ ਮੂਰਾ। ਉਹ ਪਰਮ ਪਿਤਾ ਪਰਮੇਸ਼ਰ ਪਰਮਾਤਮਾ ਦੇ ਨਾਲ ਬੈਠ ਕੇ ਵਿਚਾਰ ਕਰਕੇ ਦੇਖਿਆ, ਉਹ ਤੇ ਮਿੱਠਾ ਬੋਲਦਾ ਈ, ਹਰ ਸੱਜਣ ਸੁਆਮੀ, ਉਹ ਮੇਰਾ ਮਿੱਤਰ ਮਾਲਕ ਸਾਈਂ ਗੁਸਾਈ ਕਦੇ ਵੀ ਕੌੜਾ ਬੋਲ ਨਹੀਂ ਬੋਲਦਾ। ਉਹ ਤੇ ਸਦੀਵ ਮਿੱਠਾ ਬੋਲਦਾ, ਉਹ ਸਾਡੀ ਔਗਣਾਂ ਨੂੰ ਚਤਾਰਦਾ ਨਹੀਂ। ਮਿੱਠ ਬੂਲੜਾ ਡੀ ਹਰ ਸੱਜਣ ਸੁਆਮੀ ਮੂਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਸਾਹਿਬ ਕਹਿੰਦੇ ਮੈਂ ਬਹੁਤ ਵਾਰੀ ਪਰਤਾਵਾ ਪਰਖ ਕਰਕੇ ਦੇਖਿਆ, ਉਹ ਕਦੇ ਵੀ ਕੌੜਾ ਨਹੀਂ ਬੋਲਦਾ। ਉਹ ਸਾਡੇ ਔਗਣਾਂ ਨੂੰ ਦੇਖ ਕੇ ਕਦੀ ਦੁਖੀ ਨਹੀਂ ਹੁੰਦਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨ, ਉਹ ਕੌੜਾ ਬੋਲ ਜਾਣਦਾ ਹੀ ਨਹੀਂ, ਫਿੱਕਾ ਬੋਲਣ ਜਾਣਦਾ ਹੀ ਨਹੀਂ, ਕਿਉਂਕਿ ਪੂਰਨ ਭਗਵਾਨ ਹੈ, ਉਹ ਪੂਰਨ ਭਗਵਾਨ ਪੁਰਖ ਅਕਾਲ ਪੁਰਖ ਪਰਮਾਤਮਾ ਹੈ, ਹਰ ਜੀਵ ਦੇ ਅੰਦਰ ਦੀ ਜਾਣਦਾ ਹੈ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨ, ਔਗਣ ਕੂ ਨਾ ਚਿਤਾਰੇ। ਸਾਡੇ ਔਗਣਾਂ ਨੂੰ ਜਾਣਦਾ ਹੀ ਦੇਖਦਾ ਹੀ, ਪਰ ਸਾਨੂੰ ਚਿਤਾਰਦਾ ਨਹੀਂ। ਪਤਿਤ ਪਾਵਨ ਹਰ ਬਿਰਦ ਸਦਾਈ, ਇੱਕ ਤਿਲ ਨਹੀਂ ਭੰਨੈ ਕਾਲੈ। ਸਾਡੇ ਔਗਣਾਂ ਨੂੰ ਕਿਉਂ ਨਹੀਂ ਚਿਤਾ ਦਿਆ? ਕਿਉਂਕਿ ਉਹਦਾ ਨਾਮ ਹੀ ਪਤਿਤ ਪਾਵਨ ਹੈ, ਪਾਪੀਆਂ ਦੀ ਪੜਦੀ ਢੱਕਣ ਵਾਲਾ, ਪਾਪੀਆਂ ਦੀ ਪੱਤ ਰੱਖਣ ਵਾਲਾ। ਪਤਿਤ ਪਾਵਨ ਹਰ ਬਿਰਦ ਸਦਾਈ, ਇੱਕ ਤਿਲ ਨਹੀਂ ਭੰਨੈ ਕਾਲੈ। ਉਹ ਤੇ ਕਿਸੇ ਦੀ ਕੀਤੀ ਹੋਈ ਮਿਹਨਤ ਕਮਾਈ ਇੱਕ ਪਲ ਦੀ ਵੀ ਗਾਉਂਦਾ ਨਹੀਂ। ਘਟ ਘਟ ਵਾਸੀ ਸਰਬ ਨਿਵਾਸੀ, ਉਹਦੀ ਨਿਸ਼ਾਨੀ ਹੈ ਕਿ ਹਰ ਜਗ੍ਹਾ ਤੇ ਹਰ ਸਮੇਂ ਹਰ ਸਰੀਰ ਦੇ ਅੰਦਰ ਵਿਰਾਜਮਾਨ ਹੈ। ਸਤਿਗੁਰੂ ਦਾਸ ਮਹਾਰਾਜ ਬਚਨ ਨੇ, ਸਰਬ ਏਕ ਅਨੇਕੈ ਸੁਆਮੀ, ਸਭ ਘਟ ਪੁਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋਈ। ਅਕਾਲ ਪੁਰਖ ਪਰਮ ਪਿਤਾ ਤੇ ਹੱਥਾਂ ਤੋਂ ਵੀ ਨੇੜੇ ਹੈ, ਉਹ ਤੇ ਹਰ ਘੜ ਘੜ ਦੇ ਅੰਦਰ ਆਤਮਕ ਤੇ ਪਦਾਰਥਕ ਰਸਾਂ ਨੂੰ ਭੋਗਦਾ ਹੈ। ਇਸ ਲਈ ਉਹਦੀ ਨਿਸ਼ਾਨੀ ਹੈ ਕਿ ਘਟ ਘਟ ਵਾਸੀ ਸਰਵ ਨਿਵਾਸੀ, ਉਹ ਹਰ ਘੜ ਦੇ ਅੰਦਰ ਕਣ ਕਣ ਵਿੱਚ ਬਿਰਾਜਮਾਨ ਹੈ, ਸਰਵ ਨਿਵਾਸੀ ਸਾਰੇ ਜਗ੍ਹਾ ਹੈ, ਵਿਆਪਕ ਹੈ, ਹਾਜ਼ਰ ਨਾਜ਼ਰ ਹੈ। ਨੇੜੇ ਹੀ ਤੇ ਨੇੜਾ, ਨੇੜੇ ਤੋਂ ਨੇੜੇ ਹੈ। ਘਟ ਘਟ ਵਾਸੀ ਸਰਵ ਨਿਵਾਸੀ, ਨੇੜੇ ਹੀ ਤੇ ਨੇੜਾ। ਨਾਨਕ ਦਾ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ। ਸਾਹਿਬ ਸਤਿਗੁਰੂ ਅਰਜਨ ਦੇਵ ਜੀ ਪਾਤਸ਼ਾਹ ਬਚਨ ਕਰਦੇ ਨੇ, ਮੈਂ ਤੇ ਉਹਦੀ ਸ਼ਰਨ ਵਿੱਚ ਹਾਂ। ਉਹ ਐਸਾ ਮਿੱਤਰ ਹੈ, ਜਦੋਂ ਉਹਦੀ ਸ਼ਰਨ ਵਿੱਚ ਬੈਠਦੀਆਂ ਤੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਗੱਜ ਕੇ ਆਖੂ ਸਤਨਾਮ ਸ੍ਰੀ। ਤੇ ਸਾਧ ਸੰਗਤ ਜੀ, ਐਸੀ ਸਾਧ ਸੰਗਤ ਜੀ ਜਿਨ੍ਹਾਂ ਨੇ ਵੀ ਦਰਸ਼ਨ ਕੀਤੇ ਨੇ, ਵਿਚਾਰਾਂ ਕੀਤੀਆਂ ਨੇ, ਤੇ ਸਾਹਿਬ ਕਹਿੰਦੇ ਨੇ, ਮੈਂ ਲੱਖ ਬਿੜਤੇ ਸਾਈਆਂ ਇੱਕ ਭੋਰੀ ਦਰਸ਼ਨ ਦੀਜੈ। ਇੱਕ ਪਲ ਲਈ ਦੀਦਾਰ ਦੇ ਦੇ, ਮੈਂ ਤੇ ਤੋਂ ਆਪਣਾ ਜੀਵਨ ਕੁਰਬਾਨ ਕਰ ਦਿਆਂ। ਤੇ ਅੱਜ ਸਾਧ ਸੰਗਤ ਦੀ ਹਿਰਦੇ ਦੇ ਵਿੱਚੋਂ ਬੋਲ ਪ੍ਰਗਟ ਹੋਏ ਨੇ। ਸਾਧ ਸੰਗਤ ਦੀ ਇਤਿਹਾਸ ਸਾਖੀ, ਸਾਧ ਸੰਗਤ ਦੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਹਿਰਦੇ ਦੀ ਭਗਤੀ ਨੂੰ, ਪ੍ਰੇਮਾ ਭਗਤੀ ਨੂੰ, ਹਿਰਦੇ ਦੇ ਪ੍ਰੇਮ ਨੂੰ ਦੇਖ ਕੇ ਪਰਮ ਪਿਤਾ ਪਰਮੇਸ਼ਰ ਨੇ ਅੱਜ ਦੀਦਾਰ ਦਿੱਤੇ ਨੇ। ਸਾਹਮਣੇ ਦਰਸ਼ਨ ਦੇ ਰਹੇ ਨੇ ਪਰਮੇਸ਼ਰ। ਤੇ ਸਾਧ ਸੰਗਤ ਦੀ ਜਦੋਂ ਦੀਦਾਰ ਹੋਏ ਨੇ, ਤੇ ਸਾਹਿਬ ਸਤਿਗੁਰੂ ਦਾਸ ਮਹਾਰਾਜ ਜੀ ਨੇ ਕਰ ਡੰਡੌਤ ਪੁੰਨ ਵੱਡਾ ਹੀ, ਕਰ ਸਾਧੂ ਅੰਜਲੀ ਪੁੰਨ ਵੱਡਾ ਹੀ। ਨਮਸਕਾਰ ਕੀਤੀ, ਡੰਡੌਤ ਵੰਦਨਾ ਕੀਤੀ। ਤੇ ਸਾਧ ਸੰਗਤ ਦੀ ਸੁੱਖ ਸਾਂਦ ਪੁੱਛਦੇ ਨਹੀਂ, ਕਿਉਂਕਿ ਵਾਰਤਾਲਾਪ ਕੀਤੀ ਏ, ਗੱਲਬਾਤ ਹੁੰਦੀ ਏ। ਅੱਜ ਜਦੋਂ ਆਏ ਨੇ, ਦੀਦਾਰ ਕੀਤੇ ਨੇ, ਤੇ ਸਾਧ ਸੰਗਤ ਜੀ ਨਮਸਕਾਰ ਕਰਦੇ ਨੇ, ਸੁੱਖ ਸਾਂਦ ਪੁੱਛਦੇ ਨੇ। ਪਰ ਅੱਜ ਪਰਮ ਪਿਤਾ ਭਗਵਾਨ ਪਰਮੇਸ਼ਰ ਚੁੱਪ ਨੇ, ਬੋਲਦੇ ਨਹੀਂ ਨੇ। ਤੇ ਸਾਧ ਸੰਗਤ ਜੀ ਜਿਸ ਦੇ ਨਾਲ ਕਦੇ ਮਿੱਤਰਤਾ ਹੋਵੇ, ਬਹਿ ਕੇ ਜੀਵਨ ਦੀਆਂ ਸਾਂਝਾਂ ਪਾਈਆਂ ਹੋਣ, ਤੇ ਸਾਧ ਸੰਗਤ ਜਿਹਦੇ ਬਗੈਰ ਇੱਕ ਪਲ ਨਾ ਰਿਹਾ ਜਾ ਸਕਦਾ ਹੋਵੇ, ਜਿਹਨੂੰ ਪਾਤਸ਼ਾਹ ਕਹਿੰਦੇ ਨੇ, ਮਨ ਨਾ ਰਹੇ ਕੈਸੇ ਮਿਲੋਂ ਪਿਆਰੇ। ਇੱਕ ਘੜੀ ਦਿਨ ਸਮੁਕੋ ਬਹੁਤ ਦਿਹਾੜੇ, ਇੱਕ ਪਲ ਦਿਨ ਸਮੁਕੋ ਕਬੂ ਨਾ ਬਿਹਾਵੇ। ਦਰਸ਼ਨ ਕੀ ਮਨ ਆਸ ਗਣੇਰੀ, ਕੋਈ ਐਸਾ ਸੰਤ ਮੁਕੋ ਪਿਰਹ ਮਿਲਾਵੇ। ਕੋਈ ਮੈਨੂੰ ਆਪਣੇ ਪ੍ਰੀਤਮ ਨਾਲ ਮਿਲਾ ਤਾਂ ਦੇਵੇ,
ਇੱਕ ਪਲ ਰਿਹਾ ਨਹੀਂ ਜਾਂਦਾ, ਕਿਉਂਕਿ ਜਿਹਦੇ ਨਾਲ ਬਹਿ ਕੇ ਵਿਚਾਰਾਂ ਕੀਤੀਆਂ ਨੇ, ਜਿਹਦਾ ਚਰਨਾਂ ਦਾ ਆਨੰਦ ਮਾਣਿਆ ਈ, ਰਸਨਾ ਤੂੰ ਅਗੰਮੇ ਬੋਲ ਪ੍ਰਾਪਤ ਕੀਤੇ ਨੇ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ ਰਿਧੀ ਰਾਮ ਗੋਬਿੰਦ ਗੁਣ ਸਾਰੰ। ਇਹ ਸੰਸਾਰ ਰੂਪੀ ਨਗਰ ਦੀ ਲੋਕੋ, ਮੇਰੇ ਹਿਰਦੇ ਅੰਦਰ ਗੁਣਾਂ ਦਾ ਖਜ਼ਾਨਾ ਪਰਮ ਪਿਤਾ ਪਰਮੇਸ਼ਰ ਬਾਣੀ ਦੀ ਰੂਪ ਅੰਦਰ ਚਸ਼ਮੇ ਦੀ ਤਰ੍ਹਾਂ ਬਹਿਣਾ ਸ਼ੁਰੂ ਹੋ ਗਿਆ ਹੈ, ਪ੍ਰਗਟ ਹੋ ਗਿਆ ਹੈ। ਗੱਜ ਕੇ ਆਖੋ ਸਤਿਨਾਮ। ਜਿੱਥੇ ਰੱਬ ਨਾਲ ਵਿਚਾਰਾਂ ਕੀਤੀਆਂ ਨੇ, ਵਾਰਤਾਲਾਪ ਕੀਤੇ ਨੇ, ਗੱਲਾਂ ਕੀਤੀਆਂ ਨੇ, ਪਰ ਅੱਜ ਰੱਬ ਸਾਹਮਣੇ ਖੜਾ ਏ। ਪ੍ਰੇਮਾ ਭਗਤੀ ਦੇ ਕੇ ਦਰਸ਼ਨ ਦਿੱਤੇ ਨੇ, ਪਰ ਅੱਜ ਰੱਬ ਬੋਲਦਾ ਨਹੀਂ। ਅਤੇ ਸਾਧ ਸੰਗਤ ਜੇ ਅੰਦਰੋਂ ਕੋਈ ਗਿਲਾ ਹੋਵੇ ਨਾ, ਆਪਾਂ ਚੁੱਪ ਕਰ ਜਾਈਦਾ। ਸਾਧ ਸੰਗਤ ਰਹੀਦਾ ਵੀ ਸਾਹਮਣੇ ਆ, ਪਰ ਬੋਲੀਦਾ ਨਹੀਂ ਹੈ। ਫਿਰ ਉਹਨੂੰ ਮਨਾਉਣ ਦੇ ਵਾਸਤੇ ਇੱਕੋ ਇੱਕ ਤਰੀਕਾ ਹੁੰਦਾ ਏ ਕਿ ਉਹਦੀ ਮਿਹਨਤ ਕੀਤੀ ਜਾਵੇ। ਫਿਰ ਸਤਿਗੁਰੂ ਤਰਲਾ ਕਰਦੇ ਨੇ, ਹਮ ਸਰ ਦੀਨ ਦਇਆਲ ਨ ਤੁਮ ਸਰ, ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕੇ ਅਕੀਦੈ, ਬਚਨੀ ਤੂਰ ਮੂਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹੋਂ ਬਲ ਬਲ ਜਾਉ ਰਮਈਆ, ਕਾਰਣੇ ਕਾਰਨ ਕਵਨ ਅਬੂਲ। ਰਾਉ ਪਾਤਸ਼ਾਹ ਬਚਨ ਕਰਦੇ ਨੇ ਰਾਉ ਦੇ ਬਚਨਾਂ ਦੇ ਅੰਦਰ, ਹੋਂ ਬਲ ਬਲ ਜਾਉ ਰਮਈਆ ਕਾਰਣੇ, ਕਣ ਕਣ ਵਿੱਚ ਰਮੀ ਹੋਈ ਪਰਮ ਪਿਤਾ ਪਰਮੇਸ਼ਰ, ਮੈਂ ਤੇਰੇ ਤੋਂ ਸਦੀਵ ਕਾਲ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਕੀ ਗੱਲ ਹੋ ਗਈ ਅੱਜ? ਕੋਈ ਕਸੂਰ ਹੋ ਗਿਆ ਈ ਮੇਰੇ ਕੋਲ, ਕੀ ਔਗਣ ਹੋ ਗਿਆ ਈ, ਅੱਜ ਬੋਲਦੇ ਨਹੀਂ। ਕਾਰਨ ਕਵਨ ਅਬੋਲ, ਚੁੱਪ ਕਿਉਂ ਹੋ? ਮੇਰੇ ਕੋਲ ਕੀ ਗਲਤੀ ਹੋ ਗਈ? ਤੇ ਸਾਧ ਸੰਗਤ ਦੀ ਬਚਨ ਕਹਿ ਦਿੱਤਾ ਹੈ, ਮਿਹਨਤ ਕਰ ਮਿਹਨਤ ਕਰ ਜੂਦੜੀ। ਜਿਹਨੂੰ ਮਨਾਉਣਾ ਹੋਵੇ ਉਹਦੀ ਫਿਰ ਮਿਹਨਤ ਕਰੀਦੀ ਹੈ, ਬੇਨਤੀ ਕਰੀਦੀ ਹੈ। ਅਤੇ ਸਤਿਗੁਰ ਕਹਿੰਦੇ ਨੇ ਹੁਣ ਤੇ ਦੁਨੀਆ ਦੇ ਉੱਤੋਂ ਕੋਈ ਲੁਕ ਛਿਪਾ ਨਹੀਂ, ਕਿਉਂਕਿ ਹਮ ਸਰ ਦੀਨ, ਮੇਰੇ ਵਰਗਾ ਗਰੀਬ ਨਿਮਾਣਾ ਲਤਾੜਿਆ ਇਸ ਧਰਤੀ 'ਤੇ ਕੋਈ ਨਹੀਂ ਹੈ। ਧਾਰ ਦੇਖ ਸਭ ਕੂ ਹਸੇ, ਜਿਹਦੇ ਬਾਹਰਲੇ ਹਾਲਾਤਾਂ ਨੂੰ ਦੇਖ ਕੇ ਸਾਰੀ ਦੁਨੀਆ ਮਖੌਲ ਕਰਦੀ, ਹਾਸਾ ਕਰਦੀ ਆ। ਇਸ ਲਈ ਪਰਮੇਸ਼ਰ ਹਮ ਸਰ ਦੀਨ, ਮੇਰੇ ਵਰਗਾ ਨਿਮਾਣਾ ਗਰੀਬ ਕੋਈ ਨਹੀਂ। ਦਇਆਲ ਨ ਤੁਮ ਸਰ, ਪਰ ਤੇਰੇ ਵਰਗਾ ਦਿਆਲੂ ਮੇਰਾ ਦਾ ਦਾਤਾ ਵੀ ਕੋਈ ਨਹੀਂ। ਅਬ ਪਤਿਆਰ ਕੇ ਅਕੀਦੈ, ਹੁਣ ਹੋਰ ਪਰਖ ਦੀ ਕੀ ਲੋੜ ਹੈ। ਬਚਨੀ ਤੂਰ ਮੂਰ ਮਨ ਮਾਨੈ, ਹੇ ਪਰਮ ਪਿਤਾ ਪਰਮੇਸ਼ਰ, ਮੇਰਾ ਮਨ ਤੁਹਾਡੇ ਹਰ ਬਚਨ ਨੂੰ, ਹਰ ਉਪਦੇਸ਼ ਨੂੰ ਪ੍ਰਵਾਨ ਕਰਦਾ ਹੈ, ਮੰਨਦਾ ਹੈ। ਬਚਨੀ ਤੂਰ ਮੂਰ ਮਨ ਮਾਨੈ, ਮੇਰਾ ਮਨ ਤੁਹਾਡੀ ਹਰ ਬਚਨ 'ਤੇ, ਹਰ ਬੋਲ 'ਤੇ, ਹਰ ਉਪਦੇਸ਼ ਨੂੰ ਕਹਿਣਾ ਕਮਾਉਂਦਾ ਹੀ, ਮੰਨਦਾ ਏ, ਰੀਝਦਾ ਏ। ਬਚਨੀ ਤੂਰ ਮੂਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹੁਣ ਤੇ ਪਰਮੇਸ਼ਰ ਹੁਣ ਕੀ ਪਰਤਾਵਾ ਕਰਨਾ ਹੈ, ਹੁਣ ਕੀ ਪਰਖ ਲੈਣੀ ਏ। ਹੁਣ ਤੇ ਆਪਣੇ ਸੇਵਕ ਜਨ ਕੋ ਪੂਰਨ ਦੀਜੈ, ਆਪਣੇ ਸੇਵਕ ਨੂੰ, ਦਾਸ ਨੂੰ ਪੂਰਨ ਬ੍ਰਹਮ ਦੇ ਗਿਆਨ ਦੇ ਕੇ ਨਦਰੀ ਨਦਰ ਨਿਹਾਲ ਕਰੋ। ਗੱਜ ਕੇ ਆਖੋ ਸਤਨਾਮ ਸ੍ਰੀ। ਜਨ ਕੋ ਪੂਰਨ ਦੀਜੈ, ਹੋਂ ਬਲ ਬਲ ਜਾਉ ਰਮਈਆ ਕਾਰਣੀ। ਕੀ ਗੱਲ ਹੋ ਗਈ? ਕੀ ਕਾਰਨ ਕੀ ਆ? ਅੱਜ ਕੀ ਕਸੂਰ ਹੋ ਗਿਆ ਇਹ ਬੋਲਦੇ ਕਿਉਂ ਨਹੀਂ? ਤੇ ਸਾਧ ਸੰਗਤ ਦੀ ਪਾਤਸ਼ਾਹ ਦੇ ਬਚਨ ਨਹੀਂ, ਬਹੁਤ ਜਨਮ ਵਿਛੜੇ ਥੇ ਮਾਧੂ, ਭਾਵ ਪਹਿਲਾਂ ਮਿਲੇ ਸੀ, ਅੱਜ ਵਿਛੋੜਾ ਹੈ। ਪਾਤਸ਼ਾਹ ਕਹਿੰਦੇ ਨੇ ਮੈਂ ਤੇ ਪਹਿਲਾਂ ਹੀ ਤੇਰੇ ਕੋਲੋਂ ਵਿਛੜ ਕੇ ਜਨਮਾਂ ਜਨਮਾਂ ਦੀ ਭਟਕਣਾ ਕਰਕੇ ਵਿਛੋੜੇ ਦਾ ਬੜਾ ਦੁੱਖ ਹੀ। ਇਹ ਤੇ ਡਰ ਪਰਮੇਸ਼ਰ, ਤੇਰੇ ਵਿਛੋੜੇ ਦਾ ਡਰ ਹੈ, ਪਰ ਸਰੀਰ ਜਿਹੜਾ ਇਹ ਨਾਸ਼ ਹੋ ਜਾ, ਮੈਨੂੰ ਇਹ ਤੋਂ ਕੋਈ ਡਰ ਨਹੀਂ ਲੱਗਦਾ। ਕਿਉਂਕਿ ਚਰਨ ਨਾ ਛਾਡੋ ਸਰੀਰ ਕਲ ਜਾਈ, ਕਹਿ ਰਵਿਦਾਸ ਪਰਹੋਂ ਤੇਰੀ ਸਾਂਭਾ। ਮੈਂ ਤੇ ਕੇਵਲ ਤੇਰੀ ਸ਼ਰਨ ਲਈ ਹੈ,
ਬੇਗ ਮਿਲੂ ਜਨ ਕਰਨਾ ਬਿਲੰਬਾ। ਮੈਂ ਤੇ ਅਰਦਾਸਾਂ ਕੀਤੀਆਂ ਸੀ ਮਿਲਾਪ ਲਈ, ਅੱਜ ਬੋਲਦੇ ਕਿਉਂ ਨਹੀਂ? ਮਿਲਾਪ ਦਰਸ਼ਨ ਤੇ ਦਿੱਤੇ ਨੇ ਪਰ ਬੋਲਦੇ ਕਿਉਂ ਨਹੀਂ? ਬਹੁਤ ਜਨਮ ਵਿਛੜੀ ਥੇ ਮਾਧੂ, ਬਹੁਤ ਜਨਮ ਵਿਛੜੀ ਥੇ ਮਾਧੂ। ਅੱਜ ਬੜੇ ਜਨਮ ਹੋ ਗਏ ਨੇ, ਬਹੁਤ ਚਿਰ ਹੋ ਗਿਆ ਈ ਵਿਛੜਿਆਂ ਨੂੰ, ਅੱਜ ਮਿਲੇ ਤੂੰ ਪਰ ਬੋਲਦੇ ਕਿਉਂ ਨਹੀਂ? ਇਹ ਜਨਮ ਤੁਮਹਾਰੇ ਲੇਖੇ, ਇਹ ਮੇਰੇ ਮਨ ਨੇ ਪ੍ਰਵਾਨ ਕਰ ਲਿਆ ਏ ਕਿ ਇਹ ਜਿਹੜਾ ਜਨਮ ਆ ਤੁਹਾਨੂੰ ਅਰਪਿਤ ਹੈ, ਸਮਰਪਿਤ ਹੈ, ਸੇਵਾ ਸਿਮਰਨ ਲਈ ਇਹ ਜੀਵਨ ਲਾ ਦਿੱਤਾ ਏ। ਇਸ ਲਈ ਬਹੁਤ ਜਨਮ ਵਿਛੜੇ ਥੇ ਮਾਧੂ, ਇਹ ਜਨਮ ਤੁਮਾਰੇ ਲੇਖੇ। ਮੈਂ ਤਾਂ ਸਵਾਸ ਪਰਮੇਸ਼ਰ ਤੁਹਾਡਾ ਸਿਮਰਨ ਕਰਦਾ ਹਾਂ, ਤੁਹਾਡੀ ਬੰਦਗੀ ਕਰਦਾ, ਤੁਹਾਡੀ ਯਾਦ ਵਿੱਚ ਰਹਿੰਦਾ ਹਾਂ। ਬਹੁਤ ਜਨਮ ਵਿਛੜੇ ਥੇ ਮਾਧੂ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲੱਗ ਜੀਵੋ, ਮੇਰੇ ਹਿਰਦੇ ਅੰਦਰ ਵਿਸ਼ਵਾਸ ਹੈ, ਆਸ ਦੇ ਸਿਰ ਤੇ ਮੈਂ ਜੀਵ ਰਿਹਾ ਹਾਂ ਕਿ ਜੇ ਸਵਾਸ ਚੱਲਦੇ ਨੇ ਪਰਮੇਸ਼ਰ ਤੇਰੇ ਆਸ ਤੇ ਚੱਲਦੇ ਨੇ, ਵਿਸ਼ਵਾਸ ਤੇ ਚੱਲਦੇ ਨੇ। ਆਸ ਲੱਗ ਜੀਵੋਂ ਚਿਰ ਪਇਉ ਦਰਸ਼ਨ ਦੀਖੇ, ਚਿਰ ਹੋ ਗਿਆ ਸੀ ਤੇ ਅੱਜ ਮਨ ਕਰਦਾ ਸੀ ਤੁਹਾਡੇ ਨਾਲ ਬਹਿ ਕੇ ਕੋਈ ਗੱਲਾਂ ਕਰੀਏ, ਵਾਰਤਾਲਾਪ ਕਰੀਏ। ਹੁਣ ਤੁਸੀਂ ਦਰਸ਼ਨ ਦਿੱਤੇ ਨੇ ਤੇ ਬੋਲਦੇ ਨਹੀਂ। ਹੁਣ ਮੇਰਾ ਕੀ ਜ਼ੋਰ ਹੈ? ਮੈਂ ਤੇ ਕੁਝ ਨਹੀਂ ਕਰ ਸਕਦਾ, ਜੇ ਕੋਈ ਮੇਰਾ ਕਸੂਰ ਆ ਤਾਂ ਦੱਸੋ। ਤੇ ਸਾਧ ਸੰਗਤ ਦੀ ਜਿਨ੍ਹਾਂ ਨੇ ਰੱਬ ਨਾਲ ਗੱਲਾਂ ਕੀਤੀਆਂ ਨੇ, ਸਾਹਿਬ ਸਤਿਗੁਰੂ ਦਾਸ ਮਹਾਰਾਜ ਆਪਣੀ ਬਾਣੀ ਵਿੱਚ ਬਚਨ ਕਰਦੇ ਨੇ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਬਾੜ ਗੁਸਈਆ ਮੇਰਾ, ਮਾਥੈ ਛਤਰ ਤਰੀ। हे ਮੇਰੇ ਪਿਆਰੇ ਪਰਮ ਪਿਤਾ ਪਰਮੇਸ਼ਰ, ਇਹੋ ਜਿਹੀ ਕਿਰਪਾ ਹੋਰ ਕੌਣ ਕਰ ਸਕਦਾ? ਤੂੰ ਤੇ ਮੇਰੇ ਗਰੀਬ ਦੇ ਸਿਰ ਦੇ ਉੱਤੇ ਗੁਰਗੱਦੀ ਦਾ ਸਾਧ ਸੰਗਤ ਛਤਰ ਚੁਰਾ ਦਿੱਤਾ ਹੈ। ਨੀਚਾਂ ਉੱਚ ਕਰੀ ਮੇਰਾ ਗੋਬਿੰਦ, ਐ ਗੋਬਿੰਦ ਪਰਮ ਪਿਤਾ ਪਰਮੇਸ਼ਰ ਪਰਮਾਤਮਾ, ਤੁਸੀਂ ਨੀਤਿਆਂ ਤੋਂ ਉੱਚੇ ਕਰ ਦਿੱਤਾ ਏ ਤੇ ਕਿਸੇ ਤੋਂ ਡਰੇ ਵੀ ਨਹੀਂ ਨੇ। ਤੇ ਐਸੀ ਮੇਰਾਮਤ ਕੀਤੀ ਏ ਜਿਨ੍ਹਾਂ ਦੇ ਪਰਛਾਵੇਂ ਤੋਂ ਦੁਨੀਆ ਨੂੰ ਭੇਟ ਆਉਂਦੀ ਸੀ, ਤੁਸੀਂ ਦੁਨੀਆ ਦਾ ਸੰਸਾਰ ਦਾ ਪਾਤਸ਼ਾਹ ਥਾਪ ਦਿੱਤਾ। ਨੀਚਾਂ ਉੱਚ ਕਰੇ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੇ, ਨਾਮ ਦੇਵ ਕਬੀਰ ਤਿਰਲੋਚਨ ਸਦਨਾ ਸੈਨ ਤਰੀ। हे ਪਰਮ ਪਿਤਾ ਪਰਮੇਸ਼ਰ, ਤੇਰੇ ਚਰਨਾਂ ਦੀ ਸੰਗਤ ਕਰਕੇ, ਤੇਰਾ ਸਿਮਰਨ ਕਰਕੇ ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਕਬੀਰ ਜੀ, ਸਤਿਗੁਰੂ ਸੈਨ ਜੀ, ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਕਬੀਰ ਜੀ, ਸਤਿਗੁਰੂ ਸੈਨ ਜੀ ਸਦਨਾ ਜੀ ਤਰ ਗਏ ਨੇ। ਕਹਿ ਰਵਿਦਾਸ ਸੁਣੋ ਰੇ ਸੰਤੋ, ਹਰ ਜੀਵ ਤੇ ਸਭੈ ਸਾਰੇ। ਮੇਰਾ ਵਿਸ਼ਵਾਸ ਹੈ ਪਰਮੇਸ਼ਰ ਤੇਰੇ ਕੋਲ ਸਭ ਕੁਝ ਸਰਦਾ ਹੈ, ਅੱਜ ਬੋਲਦੇ ਕਿਉਂ ਨਹੀਂ? ਤੇ ਸਾਧ ਸੰਗਤ ਜੀ, ਧੰਨ ਸਤਿਗੁਰੂ ਨਾਮਦੇਵ ਜੀ ਮਹਾਰਾਜ ਜੀਵਨ ਦੇ ਅੰਦਰ ਇੱਕ ਕਥਾ ਆਉਂਦੀ ਹੈ, ਦਰਸ਼ਨ ਦੇਖਣ ਨਾਮ ਦਿਓ, ਭਲ ਕੇ ਉਠ ਤਿਰਲੋਚਨ ਆਵੈ। ਸਤਿਗੁਰੂ ਨਾਮਦੇਵ ਜੀ ਆਪਣੇ ਦਰਬਾਰ ਦੇ ਅੰਦਰ ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਮਹਿਮਾ ਦੇ ਅੰਦਰ ਜਸ ਕਰਦੇ ਨੇ, ਕੀਰਤ ਗਾਉਂਦੇ ਨੇ, ਹਿਰਦੇ ਤੋਂ ਵੈਰਾਗ ਦੇ ਅੰਦਰ ਆ ਕੇ ਕੀ ਮਹਿਮਾ ਗਾਉਂਦੇ ਨੇ। ਤੇ ਸਾਧ ਸੰਗਤ ਜੀ, ਤਿਰਲੋਚਨ ਜੀ ਜੋ ਬਾਣੀਏ ਨੇ, ਵਪਾਰੀ ਨੇ, ਨੇਤਾ ਪ੍ਰਤੀ ਆਪਣੇ ਵਪਾਰ ਲਈ ਜਾਂਦੇ ਨੇ ਤੇ ਦਰਬਾਰ ਦੇ ਸਾਹਮਣੇ ਬਾਹਰ ਖਲੋ ਜਾਂਦੇ ਨੇ ਤੇ ਬਾਹਰੋਂ ਦਰਸ਼ਨ ਕਰਦੇ ਨੇ ਸਤਿਗੁਰੂ ਨਾਮਦੇਵ ਜੀ ਪਰਮੇਸ਼ਰ ਦੇ ਰੰਗ ਵਿੱਚ ਮਸਤ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਪਰਮੇਸ਼ਰ ਦੀ ਮਹਿਮਾ ਗਾਉਂਦੇ ਨੇ ਤੇ ਤਿਰਲੋਚਨ ਜੀ ਬਾਹਰੋਂ ਨਮਸਕਾਰ ਕਰਕੇ ਚਲੇ ਜਾਂਦੇ ਨੇ। ਤੇ ਸਤਿਗੁਰੂ ਨਾਮ ਜੀ ਰੋਜ਼ਾਨਾ ਦੇਖਦੇ ਨੇ ਤੇ ਇੱਕ ਦਿਨ ਸਾਧ ਸੰਗਤ ਜੀ ਰੋਕ ਲੈਂਦੇ ਨੇ, ਕਹਿੰਦੇ ਤਿਰਲੋਚਨ ਜੀ ਤੁਸੀਂ ਬਾਹਰੋਂ ਨਮਸਕਾਰ ਕਰਕੇ ਚਲੇ ਜਾਂਦੇ, ਅੰਦਰ ਕਿਉਂ ਨਹੀਂ ਆਉਂਦੇ? ਕਹਿੰਦੇ ਸਤਿਗੁਰੂ ਜੀ ਤੁਸੀਂ ਰੱਬ ਦੀ ਬੰਦਗੀ ਕਰਦੇ ਹੋ ਤੇ ਮੈਂ ਬਾਣੀਆਂ ਵਪਾਰੀ ਬੰਦਾ, ਮੈਂ ਤੁਹਾਡੇ ਬਾਹਰੋਂ ਦਰਸ਼ਨ ਕਰਕੇ ਚਲਿਆ ਜਾਂਦਾ, ਕਿਉਂਕਿ ਮੈਂ ਜਾ ਕੇ ਦੁਕਾਨ ਖੋਲ੍ਹਣੀ ਹੁੰਦੀ ਹੈ। ਤੇ ਜਦੋਂ ਮੈਂ ਤੁਹਾਡੇ ਦਰਸ਼ਨ ਕਰਕੇ ਜਾਂਦਾ ਨਾ, ਮੈਂ ਸਤਿਗੁਰੂ ਜੀ ਸੱਚ ਕਰਕੇ ਜਾਣੇ ਹੋ, ਮੇਰੇ ਗਾਹਕ ਬੜੇ ਆਉਂਦੇ ਆ, ਮੇਰੀ ਦੁਕਾਨ ਬੜੀ ਚੱਲਦੀ ਆ, ਇਸ ਲਈ ਮੇਰੇ ਕੋਲ ਸਮਾਂ ਨਹੀਂ ਹੁੰਦਾ, ਮੈਂ ਜਾ ਕੇ ਦੁਕਾਨ 'ਤੇ ਬਹਿਣਾ ਹੁੰਦਾ ਹੈ। ਤੇ ਸਤਿਗੁਰੂ ਨਾਮਦੇਵ ਜੀ ਕਹਿੰਦੇ ਫਿਰ ਗੱਲ ਹੈ ਤਿਰਲੋਚਨ ਇੱਦਾਂ, ਤੂੰ ਇੱਕ ਅੱਧੀ ਘੜੀ ਮੇਰੇ ਕੋਲ ਬੈਠ ਕੇ ਜਾਇਆ ਕਰ, ਮੈਂ ਤੈਨੂੰ ਰੱਬ ਦੀਆਂ ਗੱਲਾਂ ਸੁਣਾਵਾਂਗਾ, ਵਪਾਰ ਹੋਰ ਵਧੇਗਾ।
ਤੇ ਸਾਧ ਸੰਗਤ ਜੀ ਉਸ ਵਾਰਤਾਲਾਪ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਲਮਬੰਦ ਕੀਤਾ ਹੀ। ਸਾਹਿਬ ਲਿਖਦੇ ਨੇ, ਦਰਸ਼ਨ ਦੇਖਣ ਨਾਮ ਦਿਉ ਭਲ ਕੇ ਉਠ ਤਰਲੋਚਨ ਆਵੈ। ਦਰਸ਼ਨ ਦੇਖਣ ਲਈ ਫਿਰ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਤਰਲੋਚਨ ਜੀ ਆਉਂਦੇ ਨੇ, ਸਤਿਗੁਰੂ ਨਾਮਦੇਵ ਦੀ ਸੰਗਤ ਕਰਦੇ ਨੇ। ਭਗਤ ਕਰਨ ਮਿਲ ਦੁਇ ਜਣੇ, ਪਰਮ ਪਿਤਾ ਪਰਮੇਸ਼ਰ ਦੀ ਭਗਤੀ ਦੀਆਂ ਸਿਮਰਨ ਦੀਆਂ ਬਾਤਾਂ ਕਰਦੇ ਨੇ, ਵਿਚਾਰਾਂ ਕਰਦੇ ਨੇ ਦੋਵੇਂ ਜਣੇ ਮਿਲ ਕੇ। ਨਾਮ ਦਿਉ ਹਰ ਚਲਤ ਸੁਣਾਵੈ। ਸਾਹਿਬ ਸਤਿਗੁਰੂ ਨਾਮਦੇਵ ਜੀ ਪਰਮੇਸ਼ਰ ਦੀ ਕੌਤਕ ਵਰਣਨ ਕਰਦੇ ਨੇ, ਆਪਣੇ ਨਾਲ ਹੋਈਆਂ ਬੀਤੀਆਂ ਦੱਸਦੇ ਨੇ। ਤੇ ਸਾਧ ਸੰਗਤ ਜੀ ਨਾਮ ਦਿਉ ਹਰ ਚਲਤ ਸੁਣਾਵੈ। ਤੇ ਸਾਧ ਸੰਗਤ ਜੀ ਇਹ ਦੱਸਦੇ ਨੇ ਕਿ ਇੱਕ ਵਾਰੀ ਬਚਪਨ ਵਿੱਚ ਪਿਤਾ ਜੀ ਮੈਨੂੰ ਬਚਨ ਕਰਕੇ ਚਲੇ ਗਿਆ ਕਿ ਪਹਿਲਾਂ ਗਾਂ ਚੂ ਕੇ ਠਾਕਰ ਨੂੰ ਭੋਗ ਲਗਾਉਣਾ ਏ। ਤੇ ਕਹਿੰਦੇ ਪਿਤਾ ਜੀ 2 ਦਿਨ ਵਾਪਸ ਨਾ ਆਏ ਤੇ ਮੈਂ ਦੁੱਧ ਦੀ ਕਟੋਰੀ ਭਰ ਕੇ ਨਿਸਚਉ ਕਰ ਆਰਾਧਿਆ। ਮੈਂ ਤੇ ਬੇਨਤੀ ਕੀਤੀ, ਦੁੱਧ ਪੀਊ ਗੋਬਿੰਦ ਰਾਏ, ਦੁੱਧ ਪੀਊ ਗੋਬਿੰਦ ਰਾਏ, ਨਾਹੀਂ ਤੂੰ ਕਰ ਕੋ ਬਾਪ ਰਸਾਈ। ਤੇ ਕਹਿੰਦੇ ਜਦੋਂ ਮੈਂ ਬੇਨਤੀ ਕੀਤੀ ਨਿਸਚਉ ਕਰ ਆਰਾਧਿਆ, ਕਹਿੰਦੇ ਮੇਰਾ ਵਿਸ਼ਵਾਸ ਸੀ ਕਿ ਮੇਰੇ ਪਿਤਾ ਜੀ ਭੋਗ ਲਾਉਂਦੇ ਨੇ, ਪਰ ਮੇਰੇ ਨਾਲ ਸ਼ਾਇਦ ਗੁੱਸੇ ਹੋ ਗਏ ਆ। ਕਹਿੰਦੇ ਜੋ ਮੇਰਾ ਵਿਸ਼ਵਾਸ ਦੇਖਿਆ ਤੇ ਕਹਿੰਦੇ ਨੇ ਹੋਈ ਦਿਆਲ ਦਰਸ ਦਿਖਲਾਇਆ। ਭਰੀ ਕਟੋਰੀ ਦੁੱਧ ਦੀ ਲੈਠਾ ਕਰਨਾ ਦੁੱਧ ਪਿਆਇਆ। ਤੇ ਸਾਧ ਸੰਗਤ ਜੀ ਦੁੱਧ ਪਿਆਈ ਘਰ ਭਗਤ ਕਰ ਗਏ, ਭਗਤ ਘਰ ਗਿਆ। ਕਹਿੰਦੇ ਇੱਦਾਂ ਰੱਬ ਨੂੰ ਮੈਂ ਸਾਹਮਣੇ ਬੈਠ ਕੇ ਦੁੱਧ ਪਿਲਾਇਆ। ਜਦੋਂ ਇਹ ਬਚਨ ਸੁਣਾਉਂਦਾ ਹੈ ਨਾ ਕਿ ਸਾਹਮਣੇ ਰੱਬ ਨਾਲ ਬਹਿ ਕੇ ਵਿਚਾਰਾਂ ਕੀਤੀਆਂ ਨੇ, ਦੁੱਧ ਪਿਆਇਆ ਏ। ਤੇ ਸਮੇਂ ਦੀ ਬਾਦਸ਼ਾਹ ਨੇ ਮਰੀ ਹੋਈ ਗਾਂ ਲਿਆ ਕੇ ਰੱਖ ਦਿੱਤੀ। ਪਰਮ ਪਿਤਾ ਪਰਮੇਸ਼ਰ ਨੇ ਮੇਰੀ ਲਾਜ ਰੱਖੇ ਤੇ ਉਹ ਮਰੀ ਹੋਈ ਗਾਂ ਵੀ ਜਿੰਦੀ ਕੀਤੀ। ਜਦੋਂ ਇਹੋ ਜਿਹਾ ਅਚਰਜ ਕੌਤਕ ਨਾਮਦੇਵ ਜੀ ਸੁਣਾਉਂਦੇ ਨੇ ਨਾ ਤੇ ਤਰਲੋਚਨ ਜੀ ਕਹਿੰਦੇ ਫਿਰ ਮੇਰੀ ਬੇਕਰ ਬੇਨਤੀ ਦਰਸ਼ਨ ਦੇਖਾਂ ਜੇ ਤੁਧ ਪਾਵੈ। ਸਤਿਗੁਰੂ ਨਾਮਦੇਵ ਜੀ ਮੈਂ ਹੁਣ ਤੁਹਾਡੇ ਚਰਨਾਂ ਦਾ ਭੌਰਾ ਬਣ ਗਿਆ ਤੇ ਕਿਰਪਾ ਕਰੂ, ਜਿਵੇਂ ਤੁਹਾਨੂੰ ਰੱਬ ਦਰਸ਼ਨ ਦਿੱਤਾ ਨਾ ਮੇਰੀ ਵੀ ਬੇਨਤੀ ਕਰੋ, ਮੈਨੂੰ ਵੀ ਦਰਸ਼ਨ ਦਿਓ, ਕਿਤੇ ਮੈਨੂੰ ਵੀ ਦਰਸ਼ਨ ਕਰਾਓ। ਤੇ ਨਾਮਦੇਵ ਜੀ ਕਹਿੰਦੇ ਵਾਅਦਾ ਕਰਦੇ ਆ, ਕਹਿੰਦੇ ਜਦੋਂ ਰੱਬ ਨਾਲ ਵਿਚਾਰ ਹੋਈ ਨਾ ਸਾਹਮਣੇ ਬੈਠਾਂਗੇ ਫਿਰ ਮੈਂ ਬੇਨਤੀ ਕਰੂੰਗਾ। ਕਹਿੰਦੇ ਠਾਕੁਰ ਜੀ ਨਾ ਪੁੱਛਿਅਸ ਦਰਸ਼ਨ ਕਿਵੇਂ ਤਰਲੋਚਨ ਪਾਵੈ। ਜਦੋਂ ਰੱਬ ਦੀ ਬੰਦਗੀ ਵਿੱਚ ਜੁੜੇ ਨਾ, ਪਰਮੇਸ਼ਰ ਸਾਹਮਣੇ ਬੈਠੇ ਨੇ, ਵਿਚਾਰਾਂ ਕਰਦੇ ਨੇ ਤੇ ਬੇਨਤੀ ਰੱਖ ਦਿੱਤੀ। ਕਹਿੰਦੇ ਪਰਮੇਸ਼ਰ ਮੇਰਾ ਇੱਕ ਸੰਗੀ ਆ ਤਰਲੋਚਨ, ਜਿਵੇਂ ਮੈਨੂੰ ਤੁਸੀਂ ਦਰਸ਼ਨ ਦਿੰਦੇ ਹੋ ਨਾ ਇੱਕ ਵਾਰੀ ਉਹਨੂੰ ਵੀ ਦਰਸ਼ਨ ਦਿਓ। ਗੱਡ ਕੇ ਆਖੂ ਸਤਨਾਮ ਸ੍ਰੀ। ਤੇ ਸਾਧ ਸੰਗਤ ਜੀ ਕਹਿੰਦੇ ਹੱਸ ਕੇ ਠਾਕੁਰ ਬੋਲਿਆ, ਨਾਮ ਦਿਉ ਤਾਈ ਆਖ ਸਿਧਾਵੈ। ਕਹਿੰਦੇ ਰੱਬ ਹੱਸ ਪਿਆ, ਪਰਮੇਸ਼ਰ ਹੱਸ ਪਿਆ। ਕਹਿੰਦੇ ਨਾਮਦੇਵ ਤੂੰ ਤਾਂ ਭੋਲਾ ਆ। ਜਿਹੜਾ ਤਰਲੋਚਨ ਹੈ ਉਹ ਤਾਂ ਬਾਣੀਆਂ ਵਪਾਰੀ ਆ, ਉਹ ਤਾਂ ਵਪਾਰ ਵਾਸਤੇ ਆਪਣੇ ਕਾਰੋਬਾਰ ਦੀ ਵਾਧੇ ਲਈ ਤੇਰੇ ਕੋਲ ਆਉਂਦਾ ਏ, ਉਹਦੇ ਅੰਦਰ ਪ੍ਰੇਮ ਨਹੀਂ ਹੈਗਾ। ਹੱਥ ਨਾ ਆਵੇ ਭੇਟ ਸੌ। ਤੇ ਕਹਿੰਦੇ ਨਾਮਦੇਵ ਤੈਨੂੰ ਪਤਾ ਹੈਗਾ ਮੇਰੀ ਸੁਭਾਅ ਦਾ ਨਾ, ਮੈਂ ਤੇ ਪਦਾਰਥਾਂ ਨਾਲ ਭਿਟਾਵਾਂ ਨਾਲ ਨਾ ਤੂੰ ਆਵੇਂ ਬਸ ਕਿਤੇ ਸਿਆਣਪ ਹੈ, ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ। ਤੂੰ ਭਗਤਾਂ ਕੈ ਵਸ ਅਗਮ ਅਗੋਚਰਾ, ਸਭ ਕੋ ਤੇਰੇ ਵਸ ਅਗਮ ਅਗੋਚਰਾ। ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਪਰਮੇਸ਼ਰ ਪਰਮਾਤਮਾ ਜਿਹੜਾ ਅਗਮ ਇੰਦਰੀਆਂ ਤੋਂ ਪਰੇ ਹੈ ਤੇ ਸਾਰਾ ਸੰਸਾਰ ਹੀ ਉਹਦੇ ਵਸ ਵਿੱਚ ਹੈ, ਪਰ ਉਹਨੂੰ ਬਸ ਕੇਵਲ ਪਰਮੇਸ਼ਰ ਦੀ ਭਗਤਾਂ ਨੇ ਕੀਤਾ ਹੈ। ਉਹਨੂੰ ਸਾਹਿਬ ਕਹਿੰਦੇ ਨੇ ਮੇਰੀ ਬਾਂਦੀ ਭਗਤ ਛਡਾਵੈ, ਬਾਂਦੀ ਭਗਤ ਨਾ ਛੂਟੈ ਮੋਹੀ। ਤੇ ਅੱਡ ਸਾਧ ਸੰਗਤ ਦੀ ਬਚਨ ਹਿਰਦੇ ਤੋਂ ਪ੍ਰਗਟ ਹੋ ਗਏ ਨੇ। ਤੂੰ ਸਭ ਕੋ ਤੇਰੇ ਬਸ ਅਗਮ ਅਗੋਚਰਾ ਹੈ, ਅਗਮ ਅਗੋਚਰ ਪਰਮ ਪਿਤਾ ਪਰਮਾਤਮਾ। ਸਾਰੀ ਸ੍ਰਿਸ਼ਟੀ ਤੇਰੇ ਵਸ ਵਿੱਚ ਹੈ, ਸਾਰਾ ਸੰਸਾਰ ਤੇਰੇ ਵਸ ਵਿੱਚ ਹੈ, ਪਰ ਤੂੰ ਭਗਤਾਂ ਕੀ ਵਸ, ਤੂੰ ਆਪਣੇ ਪਿਆਰਿਆਂ ਦੇ ਵਸ ਵਿੱਚ ਹੈ। ਭਗਤਾਂ ਤਾਣ ਤੇਰਾ, ਭਗਤਾਂ ਨੂੰ ਤੇਰਾ ਹੀ ਬਲ ਹੈ, ਤੇਰਾ ਹੀ ਤਾਕਤ ਹੈ, ਤੇਰਾ ਹੀ ਹੱਥ ਹੈ। ਇਸ ਲਈ ਨਾਮਦੇਵ ਜੀ ਪਤਾ ਹੀ ਕਹਿਣ ਲੱਗੇ, ਜਦੋਂ ਰੱਬ ਕਹਿੰਦੇ ਹੱਸ ਕੇ ਠਾਕੁਰ ਬੋਲਿਆ, ਨਾਮ ਦਿਉ ਤਾਈ ਆਖ ਸਿਧਾਵੈ, ਹੱਥ ਨਾ ਆਵੈ ਭੇਟ ਸੌ। ਕਹਿੰਦੇ
ਰੱਬ ਹੱਸ ਪਿਆ, ਕਹਿੰਦੇ ਨਾਮਦੇਵ ਤੂੰ ਤਾਂ ਭੋਲਾ ਆ, ਉਹ ਤਾਂ ਵਪਾਰੀ ਬੰਦਾ ਆ, ਇਸ ਲਈ ਤੈਨੂੰ ਪਤਾ ਹੱਥ ਨਾ ਆਵੇ ਭੇਟ ਸੋ ਮੈਂ ਬਹੁਤੀ ਪਦਾਰਥ ਜਿਹੜੇ ਲਿਆ ਕੇ ਕਹਿੰਦੇ ਅਸੀਂ ਦਰਸ਼ਨ ਕਰ ਲਵਾਂਗੇ, ਮੈਂ ਉਹਨਾਂ ਨੂੰ ਦਰਸ਼ਨ ਨਹੀਂ ਦਿੰਦਾ। ਤੇ ਸਾਧ ਸੰਗਤ ਅੱਗੇ ਬਚਨ ਲਿਖੇ ਨੇ, ਤੁਸ ਤਰਲੂਚਨ ਮੈਂ ਮੂੰਹ ਲਾਵੀ। ਤੇ ਨਾਮਦੇਵ ਜੀ ਕਹਿੰਦੇ ਗੱਲ ਤਾਂ ਪਰਮੇਸ਼ਰ ਤੁਹਾਡੀ ਠੀਕ ਆ ਵੀ ਤੁਸੀਂ ਭੇਟ ਨਾਲ ਪਦਾਰਥਾਂ ਦੇ ਨਾਲ ਕਿਸੇ ਨੂੰ ਬਸ ਨਹੀਂ ਆਉਂਦੇ, ਪਰ ਮੈਂ ਤਾਂ ਤਰਲੋਚਨ ਨੂੰ ਵਾਅਦਾ ਕਰਕੇ ਆਇਆ, ਮੂੰਹ ਦੇ ਕੇ ਆਇਆ, ਬਚਨ ਦੇ ਕੇ ਆਇਆ। ਮੈਂ ਉਹਨੂੰ ਕੀ ਮੂੰਹ ਦੇਵਾਂਗਾ ਜਿਹਦੇ ਨਾਲ ਬਚਨ ਕੀਤਾ ਕਿ ਤੈਨੂੰ ਇੱਕ ਵਾਰ ਦਰਸ਼ਨ ਕਰਾਵਾਂਗਾ। ਤੇ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਲਿਖੇ ਜਿਹੜੇ ਰੱਬ ਨੇ ਕਹੇ। ਇਹ ਪਰਮੇਸ਼ਰ ਕਹਿੰਦੇ ਆ, ਹਉ ਅਧੀਨ ਹਾਂ ਭਗਤ ਦੇ। ਨਾਮਦੇਵ ਮੈਂ ਤੇਰੇ ਪ੍ਰੇਮਾ ਭਗਤੀ ਦੀ ਬੱਸ ਵਿੱਚ ਹਾਂ, ਜਿਹਨੂੰ ਕਹਿੰਦੇ ਤੂੰ ਭਗਤਾਂ ਕੈ ਬਸ ਭਗਤਾਂ ਤਾਣ ਤੇਰਾ। ਹਉ ਅਧੀਨ ਹਾਂ ਭਗਤ ਦੇ, ਮੈਂ ਤਾਂ ਤੇਰੀ ਪ੍ਰੇਮਾ ਭਗਤੀ ਦੀ ਬੰਧਾ ਹੋਇਆ ਨਾਮਦੇਵ ਤੇਰੇ ਨਾਲ ਵਿਚਾਰ ਕਰਨ ਲਈ ਆ ਜਾਂਦਾ, ਤੈਨੂੰ ਮੈਂ ਭੁਲਾ ਨਹੀਂ ਸਕਦਾ। ਇਸ ਲਈ ਤੂੰ ਤਾਂ ਹੁਣ ਦਾਅਵਾ ਹੀ ਕਰ ਦਿੱਤਾ ਵੀ ਮੈਂ ਬਚਨ ਦੀ ਕਿਹਾ, ਤੇਰਾ ਬਚਨ ਮੈਨੂੰ ਪਗਾਉਣਾ ਪੈਣਾ। ਹਉ ਅਧੀਨ ਹਾਂ ਭਗਤ ਦੇ, ਪਹੁੰਚ ਨਾ ਹੰਗਾ ਭਗਤੀ ਦਾ ਵੀ। ਕਹਿੰਦੇ ਹੁਣ ਤਾਂ ਤੂੰ ਪ੍ਰੇਮ ਦਾ ਵਾਸਤਾ ਪਾ ਦਿੱਤਾ, ਤੂੰ ਵਾਅਦਾ ਕਰਕੇ ਆਇਆ ਤੇ ਮੈਂ ਆਪਣੇ ਭਗਤਾਂ ਦਾ ਵਾਅਦਾ ਤੋੜ ਨਹੀਂ ਸਕਦਾ। ਇਹ ਮੇਰਾ ਵੀ ਬਿਰਧ ਆ, ਪਤਤ ਪਾਵਨਾ ਬਿਰਧ ਸਦਾਈ, ਇੱਕ ਤਿਲ ਨਹੀਂ ਭੰਨੇ ਕਾਲੇ। ਕਿਉਂਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਚਨ ਨਹੀਂ, ਪਤਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੂ। ਜਿਨ੍ਹਾਂ ਨੂੰ ਦੁਨੀਆ ਪਾਪੀ ਕਹਿੰਦੀ ਸੀ ਉਹਨਾਂ ਨੂੰ ਪਵਿੱਤਰ ਸਭ ਤੋਂ ਉੱਤੇ। ਤੇ ਪਾਤਸ਼ਾਹ ਕਹਿੰਦੇ ਨੇ ਪਤਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੂ। ਤੇ ਸਾਰੀ ਦੁਨੀਆ ਨੂੰ ਨਮਸਕਾਰਾਂ ਕਰਦੀ। ਵਰਨ ਜਾਤ ਕੋਈ ਪੁੱਛੈ ਨਾਹੀ, ਬਾਛੈ ਚਰਨ ਰਵਾਰੂ। ਕੋਈ ਨਹੀਂ ਪੁੱਛਦਾ ਜਾਤ ਵਰਨ, ਤੇ ਸਾਰੇ ਕੇਵਲ ਉਹਨਾਂ ਦੀ ਬਾਣੀ ਦਾ ਸ਼ਬਦ ਹਿਰਦੇ ਵਿੱਚ ਵਸਾ ਕੇ ਜੀਵਨ ਨੂੰ ਸਫਲਾ ਕਰਦੇ ਨੇ। ਤੇ ਸਾਧ ਸੰਗਤ ਜੀ ਸਗਲ ਸੇ ਠਾਕੁਰ ਐਸੂ ਨਾਮ ਤੁਹਾਰੂ। हे ਪਰਮ ਪਿਤਾ ਪਰਮੇਸ਼ਰ, ਇਹ ਤੇਰੇ ਨਾਮ ਸਿਮਰਨ ਦਾ ਪ੍ਰਤਾਪ ਹੈ। ਸਗਲ ਸਿਸ਼ਟ ਕੂ ਧਣੀ ਕਹੀਜੈ, ਜਨ ਕੂ ਅੰਗ ਨਿਰਾਰੂ। हे ਪਰਮ ਪਿਤਾ ਪਰਮੇਸ਼ਰ, ਤੂੰ ਸਾਰੀ ਸ੍ਰਿਸ਼ਟੀ ਦਾ ਸੰਸਾਰ ਦਾ ਮਾਲਕ ਆ, ਪਰ ਆ ਜਿਹੜੀ ਤੇਰੀ ਦਾਸ ਹੈ ਨਾ, ਤੇਰੇ ਪਿਆਰੇ ਭਗਤ ਹੈ, ਇਹਨਾਂ ਲਈ ਤੇਰਾ ਵੱਖਰਾ ਹੀ ਪੱਖ ਆ। ਇਹਨਾਂ ਦੀ ਤੂੰ ਅਚਰਜ ਢੰਗ ਦੇ ਨਾਲ ਇਹਨਾਂ ਦੀ ਮਦਦ ਕਰਦਾ ਏ, ਇਹਨਾਂ ਦੇ ਪਾਸੇ ਖਲੋ ਜਾਂਦਾ ਏ। ਤੇ ਸਾਧ ਸੰਗ ਨਾਨਕ ਬੁੱਧ ਪਾਏ, ਹਰ ਕੀਰਤਨ ਆਧਾਰੂ। ਸਾਹਿਬ ਸਤਿਗੁਰੂ ਅਰਜਨ ਦੇਵ ਜੀ ਬਚਨ ਕਰਕੇ ਸਤਿਆਰ ਪੁਰਸ਼ਾਂ ਦੀ ਸੰਗਤ ਕਰਕੇ ਪਰਮੇਸ਼ਰ ਤੇਰਾ ਮਹਿਮਾ ਜਸ ਕਰਕੇ ਤੇਰਾ ਆਸਰਾ ਤੱਕਿਆ ਹੈ। ਸਾਧ ਸੰਗ ਨਾਨਕ ਬੁੱਧ ਪਾਈ ਜੀ, ਅਸੀਂ ਕੁਝ ਪ੍ਰਾਪਤ ਕੀਤਾ ਏ ਇਹ ਸਤਿਆਰ ਪੁਰਸ਼ਾਂ ਦੀ ਸੰਗਤ ਕਰਕੇ। ਹਰ ਕੀਰਤਨ ਇਹ ਪਰਮ ਪਿਤਾ ਪਰਮੇਸ਼ਰ ਤੇਰੀ ਮਹਿਮਾ ਤੇਰੀ ਕੀਰਤਨ ਵਿੱਚੋਂ ਹੀ ਪ੍ਰਾਪਤ ਹੋਈ। ਇਸ ਲਈ ਨਾਮਦੇਵ ਤਿਰਲੋਚਨ ਕਬੀਰ ਦਾਸਰੂ, ਮੁਕਤ ਭਇਓ ਚਮਿਆਰੂ। ਜਿਨ੍ਹਾਂ ਨੇ ਪਰਮੇਸ਼ਰ ਤੇਰੀ ਬੰਦਗੀ ਸਿਮਰਨ ਕੀਤਾ ਏ ਉਹ ਪਰਮ ਪਦ ਮੁਕਤੀ ਨੂੰ ਪ੍ਰਾਪਤ ਕਰ ਗਏ ਨੇ, ਤੇਰਾ ਰੂਪ ਨੂੰ ਪ੍ਰਾਪਤ ਕਰ ਗਏ ਨੇ। ਤੇ ਅੱਜ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਜਦੋਂ ਆਖਿਆ ਨਾ ਪਰਮੇਸ਼ਰ ਤੁਸੀਂ ਤੇ ਕਹਿ ਦਿੱਤਾ ਉਹ ਬਾਣੀਆਂ ਹੀ, ਪਰ ਮੈਂ ਤਾਂ ਉਹਨੂੰ ਵਾਅਦਾ ਕਰਕੇ ਆਇਆ, ਉਹਨੂੰ ਮੂੰਹ ਦੇ ਕੇ ਆਇਆ। ਤੇ ਫਿਰ ਭਗਵਾਨ ਕਹਿੰਦੇ ਨੇ ਹਉ ਅਧੀਨ ਹਾਂ ਭਗਤ ਦੇ, ਮੈਂ ਤੇਰੇ ਪ੍ਰੇਮਾ ਭਗਤੀ ਤੇਰੇ ਪ੍ਰੇਮ ਦੇ ਬੱਸ ਵਿੱਚ ਹਾਂ। ਪਹੁੰਚ ਨਾ ਹੰਗਾ ਭਗਤੀ ਦਾ ਵੀ, ਤੂੰ ਤਾਂ ਹੁਣ ਪ੍ਰੇਮ ਦਾ ਹੀ ਵਾਸਤਾ ਪਾ ਦਿੱਤਾ, ਇਸ ਲਈ ਮੈਂ ਤੇਰਾ ਕਹਿਣਾ ਮੋੜ ਨਹੀਂ ਸਕਦਾ। ਹੋਏ ਵਿਚੋਲਾ ਆਣ ਮਿਲਾਵੇ। ਕਹਿੰਦੇ ਨਾਮਦੇਵ ਤੇਰੇ ਵਰਗਾ ਵਿਚੋਲਾ ਹੋਵੇ, ਫਿਰ ਕਹਿੰਦੇ ਕਿੱਦਾਂ ਹੋਵੇ ਨਾ ਮਿਲ ਜੀ। ਕਹਿੰਦੇ ਇੱਕ ਵਾਰੀ ਦਰਸ਼ਨ ਜ਼ਰੂਰ ਦੇਵਾਂਗੇ, ਪਰ ਕਹਿੰਦੇ ਦਰਸ਼ਨ ਦੇਣ ਜਾਵਾਂਗੇ ਉਹਦੇ ਘਰ ਰਵਾਂਗੇ, ਨੌਕਰੀ ਕਰਾਂਗੇ, ਉਹਦੇ ਕੋਲੋਂ ਪਛਾਣ ਹੀ ਨਹੀਂ ਹੋਣਾ ਗੱਡ ਕੀ ਆਖੂ ਸਤਨਾਮ। ਇਸ ਲਈ ਸਾਧ ਸੰਗਤ ਪਰਮੇਸ਼ਰ ਆਪ ਇੱਕ ਨੌਕਰ ਦਾ ਰੂਪ ਧਾਰ ਕੇ ਤਰਲੋਚਨ ਦੇ ਘਰ ਨੌਕਰੀ ਕਰਦਾ ਰਿਹਾ, ਪਛਾਣ ਹੀ ਨਹੀਂ ਹੋਇਆ ਗੱਡ ਕੀ ਆਖੂ ਸਤਨਾਮ। ਉਹਨੂੰ ਕਹਿੰਦੇ ਨੇ ਮੇਰੀ ਬਾਂਦੀ ਭਗਤ ਛਡਾਵੇ, ਬਾਂਦੀ ਭਗਤ ਨਾ ਛੂਟੈ ਮੂਹੀ। ਪ੍ਰੇਮਾ ਭਗਤ ਵਿੱਚ ਐਸਾ ਬੰਦੇ ਨੇ ਕਿ ਸਾਧ ਸੰਗਤ ਜੀ ਪਾਤਸ਼ਾਹ ਕਹਿੰਦੇ ਫਿਰ ਮੈਂ ਦਰਸ਼ਨ ਦੇਵਾਂਗਾ, ਦਰਸ਼ਨ ਦਿੱਤੇ ਨੇ। ਇਸ ਲਈ ਰੱਬ ਜਿਹੜਾ ਗੱਲਾਂ ਵੀ ਕਰਦਾ ਵਿਚਾਰਾਂ ਵੀ ਉਹਨੂੰ ਪਾਤਸ਼ਾਹ ਕਹਿੰਦੇ ਨੇ ਭਗਤ ਸੰਗ ਪ੍ਰਭ ਗੋਸ਼ਟ ਕਰਤ, ਜਦ ਭਗਤ ਕਰੈ ਸੰਤ ਮੰਡਲੀ ਤਿਨ ਮਿਲ ਹਰ ਗਾਵੋਂ। ਪਰਮੇਸ਼ਰ ਕਹਿੰਦਾ ਜਦੋਂ ਪਿਆਰੇ ਮੇਰੇ ਗਾਉਂਦੇ ਆ ਨਾ ਫਿਰ ਮੈਂ ਵੀ ਉਹਨਾਂ ਦੇ ਵਿੱਚ ਜਾ ਕੇ ਗਾਉਣ ਲੱਗ ਜਾ। ਇਸੇ ਨੂੰ ਸਤਿਗੁਰੂ ਦਾਸ ਜੀ ਕਹਿੰਦੇ ਨੇ ਸੰਤ ਤੁਜੀ ਤਨ ਸੰਗਤ ਪ੍ਰਾਣ,
ਸੰਤ ਮੰਡਲੀ ਦੇ ਅੰਦਰ ਜਦੋਂ ਰੱਬ ਪਰਮੇਸ਼ਰ ਤੇਰੀ ਮਹਿਮਾ ਕਰਦੇ ਨੇ, ਉਹਦੇ ਅੰਦਰ ਤੇਰੇ ਪ੍ਰਾਣ ਧੜਕ ਪੈਂਦੇ ਨੇ, ਤੂੰ ਬੋਲ ਪੈਂਦਾ। ਇਸ ਲਈ ਜਿਹਦੇ ਨਾਲ ਬਹਿ ਕੇ ਗੱਲਾਂ ਕੀਤੀਆਂ ਹੋਣ, ਵਿਚਾਰਾਂ ਕੀਤੀਆਂ ਹੋਣ, ਤੇ ਅੱਜ ਸਾਹਮਣੇ ਬੈਠਾ ਹੋਵੇ, ਸਾਹਮਣੇ ਖਲੋਤਾ ਹੋਵੇ, ਗੱਲ ਨਾ ਕਰੇ, ਕਿ ਸਾਧ ਸੰਗਤ ਦੀ ਹਿਰਦੇ ਦੇ ਅੰਦਰ ਸਾਧ ਸੰਗਤ ਦੀ ਤੜਪ ਤੇ ਉੱਠਦੀ ਹੈ ਵੀ ਗਲਤੀ ਕੀ ਹੋ ਗਈ ਹੈ। ਤੇ ਸਾਧ ਸੰਗਤ ਫਿਰ ਬਚਨ ਕਹਿ ਦਿੱਤੇ ਨੇ, ਹਮ ਸਰ ਦੀਨ ਦਇਆਲ ਨ ਤੁਮ ਸਰ। ਪਰਮੇਸ਼ਰ ਮੇਰੇ ਵਰਗਾ ਗਰੀਬ ਨਿਮਾਣਾ ਕੋਈ ਨਹੀਂ, ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਉਸੇ ਨੂੰ ਪਾਤਸ਼ਾਹ ਕਹਿੰਦੇ ਆਪਣੇ ਦੇ ਔਗਣ ਤੇ ਪਰਮੇਸ਼ਰ ਦੇ ਗੁਣ ਪ੍ਰਗਟ ਕਰਕੇ ਸਾਹਮਣੇ ਰੱਖਦੇ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਹਮ ਔਗਣ ਤੁਮ ਉਪਕਾਰੀ। ਪਰਮੇਸ਼ਰ ਅਸੀਂ ਤਾਂ ਸਦਾ ਹੀ ਔਗਣ ਕਰਨ ਵਾਲੇ ਹਾਂ, ਤੁਸੀਂ ਤਾਂ ਪਰਉਪਕਾਰ ਕਰਦੇ ਆ, ਤੁਹਾਡਾ ਤਾਂ ਬਿਰਧ ਹੀ ਹੈ, ਤੁਹਾਡਾ ਤਾਂ ਅੱਲ ਪਈ ਹੋਈ ਕਿ ਤੁਸੀਂ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ। ਪਤਿਤ ਪਾਵਨਹਾਰ ਬਿਰਧ ਸਦਾਈ, ਤੁਹਾਡਾ ਤਾਂ ਨਾ ਹੀ ਸੱਦਿਆ ਜਾਂਦਾ ਏ ਕਿ ਪਾਪੀਆਂ ਨੂੰ ਪਵਿੱਤਰ ਕਰਨਾ ਤੇ ਗਰੀਬਾਂ ਦੀ ਲਾਜ ਰੱਖਣੀ, ਭਗਤਾਂ ਦਾ ਰੱਖਿਅਕ ਆਖਿਆ ਜਾਂਦਾ। ਇਸ ਲਈ ਹਮ ਸਰ ਦੀਨ ਦਿਆਲ ਨ ਤੁਮ ਸਰ। ਮੇਰੇ ਵਰਗਾ ਨਿਮਾਣਾ ਗਰੀਬ ਕੋਈ ਨਹੀਂ, ਤੇ ਤੇਰੇ ਵਰਗਾ ਗੁਣਾਂ ਦਾ ਖਜ਼ਾਨਾ ਮੇਰਾ ਦਾ ਦਾਤਾ ਕੋਈ ਨਹੀਂ। ਅਬ ਪਤਿਆਰ ਕਿਆ ਕੀਜੈ। ਹੁਣ ਹੋਰ ਕੀ ਪਰਖ ਲੈਣੀ ਏ, ਹੋਰ ਕੀ ਪਤਿਆਵਾ ਲੈਣਾ ਏ। ਅਬ ਪਤਿਆਰ ਕਿਆ ਕੀਜੈ ਬਚਨੀ ਧੂਰ ਮੂਰ। ਮਨ ਮੰਨੈ ਤੁਹਾਡੇ ਹਰ ਬਚਨ ਨੂੰ, ਹਰ ਹੁਕਮ ਤੇ ਮੇਰਾ ਮਨ ਰੀਝਦਾ ਏ, ਮੰਨਦਾ ਏ। ਹਰ ਤੁਹਾਡਾ ਬੋਲ ਮੈਨੂੰ ਪ੍ਰਵਾਨ ਏ। ਬਚਨੀ ਧੂਰ ਮੂਰ ਮਨ ਮੰਨੈ ਜਨ ਕੋ ਪੂਰਨ ਦੀਦੇ। ਹੁਣ ਆਪਣੇ ਜਨ ਸੇਵਕ ਨੂੰ ਪੂਰਨ ਬ੍ਰਹਮ ਗਿਆਨ ਦੇ ਕੇ, ਦਰਸ਼ਨ ਦੇ ਕੇ, ਵਿਚਾਰ ਦੇ ਕੇ, ਗੱਲ ਕਰਕੇ ਕਹਿੰਦੇ ਸਾਂਝੀ ਵਾਲਤਾ ਵਿਚਾਰਾਂ ਕਰਕੇ ਨਿਹਾਲ ਕਰੋ। ਹੁਣ ਕਹਿੰਦੇ ਧੀਰਜ ਨਹੀਂ ਹੁੰਦਾ। ਜਨ ਕੋ ਪੂਰਨ ਦੀਜੈ, ਪੂਰਨ ਬ੍ਰਹਮ ਗਿਆਨ ਦੇ। ਹਉ ਬਲ ਵੱਲ ਜਾਉ ਰਮਈਆ ਕਾਰਣੀ। ਪਰਮੇਸ਼ਰ ਮੈਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਕਾਰਨ ਕੀ ਆ, ਕਸੂਰ ਕੀ ਹੋ ਗਿਆ? ਕਾਰਨ ਕਵਨ ਅਬੂ। ਅੱਜ ਚੁੱਪ ਕਿਉਂ, ਬੋਲਦੇ ਕਿਉਂ ਨਹੀਂ? ਤੇ ਪਾਤਸ਼ਾਹ ਕਹਿੰਦੇ ਨੇ ਬਹੁਤ ਜਨਮ ਵਿਛੜੀ ਇੱਥੇ ਮਾਧੂ। ਮੈਂ ਤੇ ਪਹਿਲਾਂ ਹੀ ਜਨਮਾਂ ਜਨਮਾਂ ਦੀ ਭਟਕਣਾ ਕਰਕੇ, ਤੇਰੇ ਵਿਛੋੜੇ ਕਰਕੇ ਤੜਫਣਾ। ਹੁਣ ਮੈਂ ਵਿਛੋੜਾ ਨਹੀਂ ਚਾਹੁੰਦਾ ਹਾਂ। ਪਹਿਲਾਂ ਵੀ ਕਈ ਜਨਮ ਬੀਤ ਗਏ ਨੇ ਭਟਕਣਾ ਦੇ ਵਿੱਚ, ਹੁਣ ਤਾਂ ਇਹ ਵਿਛੋੜੇ ਦਾ ਨਾਂ ਸੁਣ ਕੇ ਮੇਰੇ ਹਿਰਦੇ ਅੰਦਰ ਦਰਦ ਪੈਦਾ ਹੋ ਜਾਂਦਾ। ਇਸ ਲਈ ਬਹੁਤ ਜਨਮ ਵਿਛੜੇ ਇੱਥੇ ਮਾਧੂ, ਇਹ ਜਨਮ ਤੁਮਾਰੀ ਲੇਖੇ। ਹੁਣ ਤਾਂ ਇਹ ਜਨਮ ਹੀ ਤੁਹਾਡੇ ਚਰਨਾਂ ਵਿੱਚ ਸਮਰਪਿਤ ਕਰਦਾ ਸਾਰਾ ਜੀਵਨ। ਚਰਨ ਨਾ ਛਾਡੋ ਸਰੀਰ ਕਲ ਜਾਏ। ਕਹੋ ਰਵਿਦਾਸ ਪਰੋਂ ਤੇਰੀ ਸਾਂਭਾ, ਬੀਗ ਮਿਲੂ ਜਨ ਕਰਨਾ ਬਿਲੰਬਾ। ਹੁਣ ਤੇ ਜੀਵਤ ਮੁਕੰਦੀ ਮਰਤ ਮੁਕੰਦੀ। ਹੁਣ ਤਾਂ ਜੀਵਤ ਭਾ ਤੋਂ ਮੁਰਦਾ ਹੋ ਕੇ ਤੁਹਾਨੂੰ ਜਪ ਰਿਹਾ। ਹੁਣ ਤਾਂ ਆਪਾਂ ਕੁਰਬਾਨ ਕਰ ਦਿੱਤਾ, ਹੁਣ ਤਾਂ ਜਿੰਦ ਤੁਹਾਡੇ ਚਰਨਾਂ ਵਿੱਚ ਭੇਟਾ ਹੈ। ਤੇ ਸਾਹਿਬ ਆਖਦੇ ਨੇ ਬਹੁਤ ਜਨਮ ਵਿਛੜੇ ਇੱਥੇ ਮਾਧੂ, ਇਹ ਜਨਮ ਤੁਮਾਰੀ ਲੇਖੇ। ਕਹਿ ਰਵਿਦਾਸ ਆਸ ਲੱਗ ਜੀਵੂ। ਕਹਿੰਦੇ ਮੈਂ ਆਸ ਰੱਖ ਕੇ ਜੀ ਰਿਹਾ, ਵਿਸ਼ਵਾਸ ਰੱਖ ਕੇ ਜੀਵਨ ਆ, ਜ਼ਿੰਦਗੀ ਆ। ਮੈਨੂੰ ਪਤਾ ਏ ਕਿ ਤੁਸੀਂ ਮੇਰੇ ਨਾਲ ਕਦੇ ਵੀ ਮੈਨੂੰ ਭੁਲਾ ਨਹੀਂ ਸਕਦੇ। ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਚੱਲ ਕਹਿੰਦੇ ਪਰਮੇਸ਼ਰ ਧੰਨਵਾਦ ਆ, ਜੇ ਤੁਸੀਂ ਨਹੀਂ ਬੋਲਣਾ ਤੁਹਾਡੀ ਮਰਜ਼ੀ। ਹੁਣ ਧੰਨ ਭਾਗ ਤੁਸੀਂ ਦਰਸ਼ਨ ਤਾਂ ਦਿੱਤੇ ਹਨ, ਗੱਡ ਕੀ ਆਖੋ ਸਤਿਨਾਮ। ਇੰਨਾ ਹੀ ਵੱਡਾ ਪਰਉਪਕਾਰ ਪਰਮੇਸ਼ਰ। ਚੱਲ ਜੇ ਨਹੀਂ ਬੋਲਦੇ ਹੁਣ ਸਾਡਾ ਕੀ, ਸਾਡਾ ਕੀ ਜ਼ੋਰ ਹੈ। ਤੇ ਸਾਧ ਸੰਗਤ ਜੀ ਇਹ ਬਚਨ ਕਹਿ ਦਿੱਤਾ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਕਹਿੰਦਾ ਹੁਣ ਤੁਹਾਡੀ ਮਰਜ਼ੀ ਆ। ਮੈਂ ਤੇ ਸਾਰਾ ਜੀਵਨ ਹੀ, ਜਿੰਨਾ ਤੇਰੇ ਸਰੀਰ ਵਿੱਚ ਸਵਾਸ ਨਹੀਂ, ਤੁਹਾਡਾ ਸਿਮਰਨ ਬੰਦਗੀ ਤੁਹਾਡੇ ਚਰਨਾਂ ਵਿੱਚ ਸਮਰਪਿਤ ਰਹਾਂਗਾ। ਕਿ ਮੈਨੂੰ ਵਿਸ਼ਵਾਸ ਹੈ ਤੁਸੀਂ ਮੇਰਾ ਵਿਸ਼ਵਾਸ ਨਹੀਂ ਤੋੜੋਗੇ। ਤੇ ਸਾਧ ਸੰਗਤ ਜੀ ਆਪਾਂ ਵੀ ਵਿਸ਼ਵਾਸ ਰੱਖ ਕੇ ਪਰਮ ਪਿਤਾ ਪਰਮੇਸ਼ਰ ਦੇ ਚਰਨਾਂ ਵਿੱਚ ਸਤਿਗੁਰ ਦੀ ਰੱਬੀ ਬਾਣੀ ਹਿਰਦੇ ਵਿੱਚ ਵਸਾ ਕਰਕੇ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਊਠਤ ਬੈਠਤ ਸੋਬਤ ਜਾਗਤ ਗੁਰਮਤਿ ਹਿਰਦੈ ਚਿਤਾਰ। ਪਰਮ ਪਿਤਾ ਪਰਮੇਸ਼ਰ ਜਿਸ ਨੇ ਇਹ ਜੀਵਨ ਦਿੱਤਾ ਏ, ਉਹਨੂੰ ਸਦੀਵ ਕਾਲ ਯਾਦ ਰੱਖੀਏ। ਕਿਉਂਕਿ ਸਾਧ ਸੰਗਤ ਜੀ ਜੇ ਆਪਾਂ ਯਾਦ ਰੱਖਾਂਗੇ ਤਾਂ ਜ਼ਿੰਦਗੀ ਸੋਹਣੀ ਰਹੇਗੀ, ਸਫਲ ਰਹੇਗੀ। ਤੇ ਸਾਧ ਸੰਗਤ ਦੀ ਪਰਮੇਸ਼ਰ ਕਿਰਪਾ ਜੀ ਆਪਾਂ ਭੁੱਲ ਗਏ, ਪਰਮ ਪਿਤਾ ਪਰਮੇਸ਼ਰ ਦਾ ਵਿਗੜਨਾ ਕੱਖ ਨਹੀਂ। ਜੇ ਉਹ ਪਰਮੇਸ਼ਰ ਕਿਤੇ ਇੱਕ ਵਾਰੇ ਇੱਕ ਪਲ ਲਈ ਭੁੱਲ ਗਿਆ ਤੇ ਆਪਣਾ ਰਹਿਣਾ ਕੱਖ ਨਹੀਂ। ਇਸ ਲਈ ਸਾਧ ਸੰਗਤ ਜੀ ਅਰਦਾਸ ਕਰੀਏ, ਪਰਮੇਸ਼ਰ ਕਿਰਪਾ ਕਰ ਆਪਣੇ ਚਰਨਾਂ ਨਾਲ ਜੋੜ ਕੇ ਜੇ ਮਨੁੱਖਾ ਜੀਵਨ ਬਖਸ਼ਿਆ ਏ, ਇਹ ਤਨ ਰੂਪੀ ਚੋਲਾ ਜਿਹੜਾ ਏ
ਇਹਦੇ ਵਿਰਸਣ ਤੋਂ ਪਹਿਲਾਂ ਪਹਿਲਾਂ ਪਰਮੇਸ਼ਰ ਤੇ ਇਹ ਜਿਹੜਾ ਅੱਖਾਂ ਸੰਸਾਰ ਨੂੰ ਦੇਖਦੀਆਂ ਨੇ, ਇਹ ਅੱਖਾਂ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਪਰਮੇਸ਼ਰ ਤੇਰਾ ਵੀ ਦਰਸ਼ਨ ਹੋ ਜਾਏ, ਨਿਰੰਕਾਰ ਦਾ ਦਰਸ਼ਨ ਹੋ ਗਿਆ। ਇਹ ਅਰਦਾਸ ਕਰੀਏ। ਤੇ ਸਾਸੀ ਇਸ ਨੂੰ ਪਾਤਸ਼ਾਹ ਕਹਿੰਦੇ ਨੇ, ਤੂੰ ਚੌ ਸੱਜਣ ਮਹਿੰਡਿਆ ਡੇਈ ਸਿਸ ਉਤਾਰ, ਨੈਣ ਮਹਿੰਦੇ ਤਰਸਦੇ ਕਦ ਪਸੀਂਦ। ਤੂੰ ਪਰਮੇਸ਼ਰ ਜੇ ਤੂੰ ਕਵੇਂ ਇੱਕ ਵਾਰੀ ਕਹਿੰਦੇ ਕਹਿ ਕੇ ਤਾਂ ਦੇਖ, ਤੇ ਮੈਂ ਸਿਰ ਵੱਢ ਕੇ ਤੇਰੇ ਚਰਨਾਂ ਵਿੱਚ ਭੇਟਾ ਕਰਦੇ ਹਾਂ। ਤੂੰ ਚੌ ਸੱਜਣ ਮਹਿੰਡਿਆਂ ਡੇਈ ਸਿਸ ਉਤਾਰ, ਮੈਂ ਸੀਸ ਭੇਟਾ ਕਰਦੇ ਹਾਂ। ਨੈਣ ਮਹਿੰਦੇ ਤਰਸਦੇ ਕਦ ਪਸੀਂਦ, ਇੱਦਾਂ ਨੈਣ ਤਰਸਦੇ ਨੇ ਤੇਰੇ ਦਰਸ਼ਨਾਂ ਨੂੰ, ਕਦੋਂ ਦੇਵੇਂਗਾ ਦੀਦਾਰ ਕਾਂਛੀ ਵਾਲਿਆ। ਸਾਧ ਸੰਗਤ ਜੀ, ਅੱਜ ਕਰੋਨਾ ਮਹਾਂਵਾਰੀ, ਸਤਿਗੁਰੂ ਕਿਰਪਾ ਕਰਨ ਸਾਰੇ ਵਿਸ਼ਵ 'ਤੇ ਸ਼ਾਂਤੀਆਂ ਵਰਤਾਉਣ। ਕਰੀਏ ਅਰਦਾਸ। ਦੁਖੀਆ ਦਰਦ ਬੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜਿਉਂ ਜਾਨੋ ਤਿਉਂ ਕਰ ਗਤ ਮੇਰੀ। ਸੋ ਸਾਧ ਸੰਗਤ ਦੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ, ਸ੍ਰਿਸ਼ਟੀ 'ਤੇ ਸੁੱਖ ਸ਼ਾਂਤੀ ਖੁਸ਼ੀਆਂ ਵਰਤਾਓ, ਹੋਈਆਂ ਭੁੱਲਾਂ ਦੀ ਖੇਮਾ। ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਪਿਓ ਦਰਸ਼ਨ ਦੀ ਆਸ ਹੈ, ਵਿਸ਼ਵਾਸ ਹੈ, ਜੀਵੇ ਆਸਾ ਮਰੇ ਨਿਰਾਸਾ, ਹੋਈਆਂ ਭੁੱਲਾਂ ਦੀ ਖੇਮਾ। ਜੈ ਗੁਰਦੀਪ, ਧੰਨ ਗੁਰਦੀਪ। ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ